ਡੀਅਰ ਸਟੂਡੈਂਟਸ, ਅੱਜ ਦਾ ਟੌਪਿਕ ਆ ਰੋਮਨ ਨਿਊਮਰਲਸ। ਐਂਸ਼ੀਅੰਟ ਸਮੇਂ ਦੇ ਵਿੱਚ, ਪੁਰਾਣੇ ਸਮੇਂ ਦੇ ਵਿੱਚ ਰੋਮਨਸ ਦੁਆਰਾ ਇਹ ਰੋਮਨ ਨਿਊਮਰਲਸ ਦੀ ਵਰਤੋਂ ਕੀਤੀ ਜਾਂਦੀ ਸੀ। ਕਦੋਂ ਦਾ ਸਮਾਂ ਸੀ? 900 BC ਟੂ 300 BC। BC ਤੇ AD ਬਾਰੇ ਥੋੜ੍ਹਾ ਸਮਝ ਲਓ। ਜਿਹੜਾ ਸੈਂਟਰਲ ਪੁਆਇੰਟ ਆ, ਜਿਹੜਾ ਬੇਸ ਪੁਆਇੰਟ ਹੈ ਬੱਚੋ, ਉੱਥੇ ਬਰਥ ਆਫ ਕ੍ਰਾਈਸਟ ਨੂੰ ਲੈਂਦੇ, ਉਹ AD 1 ਆਪਾਂ ਸਮਝਦੇ ਹਾਂ। ਹੁਣ ਜਿੱਦਾਂ ਇਹਨੇ ਸਮਝਣ ਲਿਖਿਆ 900 BC ਟੂ 300 BC, ਇਹਦਾ ਮਤਲਬ 900 ਇੱਧਰੋਂ ਚੱਲ ਪਿਆ ਬਿਫੋਰ ਕ੍ਰਾਈਸਟ, BC ਦਾ ਮਤਲਬ ਬਿਫੋਰ ਕ੍ਰਾਈਸਟ। ਇੱਦਾਂ ਇਹ ਸਮਾਂ ਇਹ ਉਲਟ ਸਕੇਲ ਚੱਲਦੀ ਹੈ। ਫਿਰ 100, ਫਿਰ 1 AD ਆ ਗਿਆ। AD ਤੋਂ ਅੱਗੋਂ ਚੱਲਦਾ ਹੈ ਦੂਜੀ ਜਿਹੜੀ ਹੁਣ ਸਕੇਲ ਚੱਲ ਰਹੀ ਹੈ। ਹੁਣ ਜਿਹੜੇ ਈਅਰ ਚੱਲ ਰਹੇ ਨੇ 2021, ਇਹਦੇ ਨਾਲ AD ਲੱਗ ਰਿਹਾ। AD ਦਾ ਮਤਲਬ ਐਨੋ ਡੋਮਿਨੀ। ਆਫਟਰ ਕ੍ਰਾਈਸਟ ਦਾ ਸਮਾਂ ਉਹ ਆਪਾਂ AD 'ਚ ਕੰਸੀਡਰ ਕਰਦੇ ਹਾਂ। ਜਿਹੜੇ ਕ੍ਰਾਈਸਟ ਤੋਂ ਪਹਿਲਾਂ ਦਾ ਸਮਾਂ ਵਾ, ਉਹਦੇ ਬਰਥ ਤੋਂ ਪਹਿਲਾਂ ਦਾ ਸਮਾਂ, ਉਹਨੂੰ ਬਿਫੋਰ ਕ੍ਰਾਈਸਟ ਕੰਸੀਡਰ ਕੀਤਾ ਜਾਂਦਾ। ਤਾਂ BC ਤੇ AD ਲਿਖਿਆ ਜਾਂਦਾ। ਪੁਰਾਣੇ ਸਮੇਂ ਜਿੱਦਾਂ ਚੱਲ ਰਿਹਾ 900 BC 300 BC, ਇਹ ਮੀਨਿੰਗ ਆ BC ਦਾ। ਲੋ ਹੁਣ ਅੱਗੇ ਦੇਖੀਏ, ਜਦੋਂ ਰੋਮਨਸ ਦਾ ਸਿੰਬਲਸ ਜਿਹੜੇ ਹੈਗੇ ਨੇ ਬੱਚੋ, ਉਹ ਇਸ ਤਰ੍ਹਾਂ ਨੇ। I ਜਿਹੜੇ ਕੈਪੀਟਲ ਲੈਟਰਸ ਹੈਗੇ ਨੇ ਇੰਗਲਿਸ਼ ਦੇ, I V X L C D M, ਉਹਨੂੰ ਜਿਹੜੇ ਆਪਣਾ ਹਿੰਦੂ ਅਰਬਿਕ ਸਿਸਟਮ ਆ ਉਹਦੇ ਵਿੱਚ I ਨੂੰ 1 ਕੰਸੀਡਰ ਕੀਤਾ ਜਾਂਦਾ, V ਨੂੰ 5, X ਨੂੰ 10 ਲਿਖਿਆ ਜਾਂਦਾ, L ਨੂੰ 50, C ਨੂੰ 100, D ਨੂੰ 500, M ਨੂੰ 1000 ਲਿਖਿਆ ਜਾਂਦਾ ਹੈ। ਅੱਗੇ ਵਿਦਿਆਰਥੀਓ, ਜਿਹੜਾ ਕੋਰਸਪੋਂਡਿੰਗ ਟੂ 0 ਕਹਿੰਦਾ, 0 ਦੀ ਵੈਲਿਊ ਜਿਹੜੀ ਰੋਮਨ ਨਿਊਮਰੇਸ਼ਨ ਦੇ ਵਿੱਚ ਕੋਈ ਨਹੀਂ ਹੈ। ਇਹਦਾ ਮਤਲਬ 1 ਤੋਂ ਹੀ ਚੱਲਣਗੇ, 0 ਦੀ ਕੋਈ ਇਹਦੀ ਵੈਲਿਊ ਨਹੀਂ ਹੈਗੀ। ਲੋ ਹੁਣ ਅੱਗੇ ਗੱਲ ਕਰੀਏ ਰੂਲਸ ਦੀ। ਜਿਹੜੇ ਰੋਮਨ ਸਿਸਟਮ ਦੇ ਵਿੱਚ ਆਪਾਂ ਲਿਖਣਾ ਹੈ, ਉਹਦੇ ਕੀ ਰੂਲਸ ਹੈਗੇ ਨੇ। ਲੋ ਦੇਖੀਏ, ਪਹਿਲਾਂ ਫਸਟ ਰੂਲ ਆ, ਇਫ ਅ ਸਿੰਬਲ ਇਜ਼ ਰਿਪੀਟਿਡ ਇਟਸ ਵੈਲਿਊ ਇਜ਼ ਐਡਿਡ ਐਜ਼ ਮੈਨੀ ਟਾਈਮਸ ਐਜ਼ ਇਟ ਕਮਸ। ਇਹਦਾ ਮਤਲਬ ਇਹ ਹੈ ਵੀ ਜੇ ਆਪਾਂ ਸਿੰਬਲ ਆ, ਮੰਨ ਲਓ ਇਹਦਾ ਮਤਲਬ 1 ਆ, ਵੈਲਿਊਜ਼ I ਦੀ 1 ਹੈ ਨਾ, I ਦੀ ਵੈਲਿਊ 1 ਹੈ। ਜੇ ਮੈਂ 2 ਸਿੰਬਲ ਇੱਦਾਂ ਦੇ ਪਾਤੇ ਤੇ ਇਹਦੀ ਵੈਲਿਊ ਕਿੰਨੀ ਬਣ ਗਈ? 1 ਜਮਾ 1 ਕਿਹਦੇ ਬਰਾਬਰ ਆ ਗਈ? 2 ਦੇ। ਜੇ ਮੈਂ 3 ਸਿੰਬਲ ਪਾਤੇ X ਦੇ, X ਦੀ ਵੈਲਿਊ 10 ਹੈ, 10 10 10 30। C ਦੇ 2 ਸਿੰਬਲ ਪਾਤੇ 100 ਤੇ 100 ਕਿੰਨੇ ਹੋ ਗਏ? 20। ਇੱਕ ਗੱਲ ਯਾਦ ਰੱਖਣੀ ਹੈ, ਜਿਹੜੀ I X C ਤੇ M ਦੀਆਂ ਵੈਲਿਊ ਆ, ਇਹ ਜਿਹੜੀਆਂ ਵੈਲਿਊਜ਼ ਆ, ਇਹ ਜਿਹੜੇ ਸਿੰਬਲਸ ਆ, ਇਹ 3 ਦੇ ਨਾਲੋਂ ਜ਼ਿਆਦਾ ਰਿਪੀਟ ਨਹੀਂ ਹੋਣੇ। ਇਹ ਯਾਦ ਰੱਖਣੀ ਗੱਲ। ਮੈਕਸਿਮਮ ਕਿੰਨੇ ਰਿਪੀਟ ਕਰਨੇ ਨੇ? 3। ਆ ਜਿਹੜੀਆਂ ਵੈਲਿਊਜ਼ ਆ ਲਿਖੀਆਂ ਨੇ। ਲੇਕਿਨ V L ਤੇ D ਆ, ਇਹ ਨੈਵਰ ਰਿਪੀਟਡ। ਇਹ ਜਿਹੜੀਆਂ ਵੈਲਿਊ, ਇਹ ਸਿੰਬਲ ਨਾ ਕਦੀ ਵੀ ਰਿਪੀਟ ਨਹੀਂ ਹੁੰਦੀ, ਇੱਕੋ ਵਾਰੀ ਆਣੇ ਹੈ ਜਦੋਂ ਵੀ ਆਏ। ਰੂਲ 2, ਐਨੀ ਸਮਾਲਰ ਰੋਮਨ ਨਿਊਮਰਲ ਦੈਟ ਕਮਸ ਆਫਟਰ ਅ ਲਾਰਜਰ ਨਿਊਮਰਲ। ਵੱਡੇ ਨਿਊਮਰਲ ਤੋਂ ਬਾਅਦ ਆਉਂਦਾ, ਉਹ ਹਮੇਸ਼ਾ ਐਡ ਹੁੰਦਾ। ਜਿੱਦਾਂ V ਦੀ ਵੈਲਿਊ ਜ਼ਿਆਦਾ ਨਾ, ਇਹਦੇ ਅੱਗੇ I ਹੈ, I ਦੀ ਵੈਲਿਊ ਘੱਟ ਹੈ, ਇਹਦੀ ਵੈਲਿਊ ਹਮੇਸ਼ਾ ਐਡ ਹੋਣੀ ਹੈ। 5 ਜਮਾ 1 6, 5 ਜਮਾ 2 7, 10 ਜਮਾ 3 13। ਦੇਖੋ ਐਡ ਹੋ ਰਿਹਾ। ਹੁਣ ਆ ਵੀ V ਤੇ 1 2 ਅੱਗੇ ਲੱਗਾ, 10 ਜਮਾ 5 ਜਮਾ 2 17, L 50, 10 ਤੇ 10 20 ਤੇ 5 25 ਤੇ 50 ਵਿੱਚ ਐਡ ਕਰ ਲਿਓ, 75 ਬਣ ਗਏ। ਰੂਲ 3, ਐਨੀ ਸਮਾਲਰ ਰੋਮਨ ਨਿਊਮਰਲ ਦੈਟ ਕਮਸ ਬਿਫੋਰ, ਜੇ ਪਹਿਲਾਂ ਆਵੇ ਵੱਡੇ ਨਿਊਮਰਲ ਦੇ ਨਾਲੋਂ, ਰੋਮਨ ਅੰਕਾਂ ਦੇ ਵਿੱਚ ਰੋਮਨ, ਤਾਂ ਉਹ ਹਮੇਸ਼ਾ ਘਟਦਾ ਹੈ, ਮਾਈਨਸ ਹੁੰਦਾ, ਸਬਟਰੈਕਟ ਹੁੰਦਾ। ਦੇਖੋ V ਦੀ ਵੈਲਿਊ ਕਿੰਨੀ ਹੈ? 5। ਆ ਪਿੱਛੇ ਚਲਾ ਗਿਆ, ਇਹ ਘਟੇਗਾ, ਹੁਣ ਮਾਈਨਸ ਹੋਏਗਾ, ਸਬਟਰੈਕਟ ਹੋਏਗਾ। 5 - 1 4, 10 - 1 9, 50 - 10 40, 100 - 10 90। ਲੋ ਰੂਲ ਨੰਬਰ 4, the symbols V L D are never written to the left of a larger value। ਜਿਹੜੇ ਕਹਿੰਦਾ V L ਤੇ D ਹੈ, ਇਹ ਲਾਰਜਰ ਵੈਲਿਊ ਦੇ ਲੈਫਟ ਆਪਾਂ ਨਹੀਂ ਲਿਖ ਸਕਦੇ। ਆਹ ਵਾਲੇ ਆਹ ਸਿੰਬਲ ਹੀ ਆ, ਤਿੰਨਾਂ ਦੀ ਗੱਲ ਕਰ ਰਿਹਾ, ਹੋਰ ਨਹੀਂ ਕਰ ਰਿਹਾ। ਦੈਟ ਇਜ਼ V L D ਆਰ ਨੈਵਰ ਸਬਟਰੈਕਟਿਡ। ਕਹਿੰਦਾ ਮੈਂ ਹੁਣ ਜਿਹੜਾ ਆਹ ਲਾਰਜ ਵੈਲਿਊ ਹੈ ਤੇ ਮੈਂ V ਪਿੱਛੇ ਨਹੀਂ ਲਿਖ ਸਕਦਾ, ਇਹ ਗਲਤ ਹੈ, ਇੱਦਾਂ ਨਹੀਂ ਲਿਖਣਾ। ਅੱਗੇ L ਆਹ ਲਾਰਜ ਵੈਲਿਊ, ਇਹਦੇ ਪਿੱਛੇ L ਨਹੀਂ ਲਿਖ ਸਕਦੇ। ਵੀ ਤੁਸੀਂ ਕਹੋ ਵੀ ਇਹ 450 ਬਣਾ ਦਈਏ, ਕਿਉਂ? D ਦੀ ਵੈਲਿਊ ਕਿੰਨੀ ਹੈਗੀ ਹੈ? 500 'ਚ ਤੁਸੀਂ L ਪਿੱਛੇ ਲਿਖ ਦਿਓ 50, ਤੇ ਇਹ ਤਾਂ ਬਣ ਗਿਆ 450। ਲੇਕਿਨ ਇੱਦਾਂ ਨਹੀਂ ਲਿਖ ਸਕਦੇ, ਵੀ ਗਲਤ ਹੈ।
ਜਿੱਦਾਂ DM ਆ, M ਦੀ ਵੈਲਿਊ 1000 ਆ, ਤੁਸੀਂ ਕਹੋ ਵੀ ਪਿੱਛੇ D ਲਿਖ ਦਈਏ, ਇਹ ਵੀ ਗਲਤ, ਇੱਦਾਂ ਨਹੀਂ ਲਿਖ ਸਕਦੇ, ਇਹਦਾ ਮੀਨਿੰਗ ਹੈ। ਅੱਗੇ ਆ ਦੇਖੋ ਧਿਆਨ ਨਾਲ, I ਜਿਹੜਾ ਨਿਊਮਰਲ ਆ ਰੋਮਨ, ਕੈਨ ਬੀ ਸਬਟਰੈਕਟਿਡ ਫਰੋਮ V ਐਂਡ 10 ਓਨਲੀ। ਕਹਿੰਦਾ ਇਹ V ਤੇ X ਦੀ ਵੈਲਿਊ ਦੇ ਵਿੱਚੋਂ ਹੀ ਸਬਟਰੈਕਟ ਹੋ ਸਕਦਾ ਹੈ। ਜਿੱਦਾਂ V ਇੱਦਾਂ ਆਪਾਂ ਲਿਖ ਦਿੰਦੇ ਨਾ 4, ਇੱਦਾਂ X ਪਿੱਛੇ ਪਾ ਕੇ ਲਿਖ ਦਿੰਦੇ ਆ 9, ਇੱਦਾਂ ਇਹਨੂੰ ਸਬਟਰੈਕਟ, ਇਹਨਾਂ 'ਚੋਂ ਸਬਟਰੈਕਟ ਹੁੰਦੇ ਦੀ ਵੈਲਿਊ। X ਕੈਨ ਬੀ ਸਬਟਰੈਕਟਿਡ ਫਰੋਮ L ਐਂਡ C। ਜਿਹੜੀ X ਦੀ ਵੈਲਿਊ ਹੈ, ਜਿਹਦੀ ਵੈਲਿਊ 10 ਆ, ਉਹ L ਤੇ C ਦੇ ਵਿੱਚੋਂ ਹੀ ਸਬਟਰੈਕਟ ਹੁੰਦਾ ਹੈ। ਕਹਿਣ ਦਾ ਮਤਲਬ ਇੱਦਾਂ 90 ਆ ਗਿਆ, ਇੱਦਾਂ C ਦੇ ਪਿੱਛੇ ਤੁਸੀਂ X ਲਾਤਾ, ਇਹ 40 ਆ ਗਿਆ, ਇਹਨੂੰ ਠੀਕ ਕਰ ਲਓ, ਇਹ 40 ਬਣਿਆ। ਇਹ ਕਿੰਨਾ ਬਣ ਜਾਏਗਾ 100 ਦੇ ਵਿੱਚੋਂ ਤੁਸੀਂ 10 ਘਟਾ ਦਿਓ ਤੇ ਇਹ ਬਣ ਗਿਆ 90। V L D ਆਰ ਨੈਵਰ ਸਬਟਰੈਕਟਡ। ਜਿਹੜੀਆਂ ਵੈਲਿਊਜ਼ V L ਔਰ D ਦੀਆਂ ਨਾ, ਇਹ ਕਦੀ ਵੀ ਸਬਟਰੈਕਟ ਨਹੀਂ ਹੁੰਦੀਆਂ। ਫੋਰ ਐਗਜ਼ਾਮਪਲ, ਹੁਣ ਇੱਕ ਹੋਰ ਰੂਲ ਅੱਗੇ ਚੱਲੀਏ, ਰੂਲ 5, ਇਫ ਅ ਸਮਾਲਰ ਰੋਮਨ ਨਿਊਮਰਲ ਕਮਸ ਬਿਟਵੀਨ ਟੂ ਲਾਰਜਰ ਨਿਊਮਰਲਸ। ਜੇ ਕੋਈ ਛੋਟਾ ਨਿਊਮਰਲ ਵੱਡੇ ਨਿਊਮਰਲਾਂ ਦੇ ਵਿੱਚ ਆ ਜਾਂਦਾ ਤਾਂ ਉਹਦੀ ਵੈਲਿਊ ਨੂੰ ਕੀ ਕਰਦੇ ਆਪਾਂ, ਵੱਡੇ ਜਿਹੜਾ ਨਿਊਮਰਲ ਆ ਲਾਰਜਰ, ਉਹਦੇ 'ਚੋਂ ਘਟਾ ਦਿੰਦੇ ਆ। ਇਸ ਤਰ੍ਹਾਂ ਜਿੱਦਾਂ ਵੱਡੇ ਲਾਰਜਰ ਨਿਊਮਰਲ ਨੇ, ਇਹਦੇ ਚੱਕ ਛੋਟਾ ਆ ਗਿਆ ਤੇ ਇਹਦੀ ਵੈਲਿਊ ਆ ਜਿਹੜਾ ਅਗਲੇ ਵਾਲੇ 'ਚੋਂ ਘਟਾ ਦੇਣੀ ਆ। ਦੇ 10 + 9, 10 - 1 ਆ ਕਿੰਨਾ ਬਣ ਗਿਆ 9 ਤੇ 19 ਬਣ ਗਿਆ। ਆ ਛੋਟਾ ਆ ਗਿਆ ਨਾ ਵਿੱਚ, ਇਹਦੀ ਵੈਲਿਊ ਘਟਣੀ ਹੈ, 4 ਬਣ ਜਾਣਾ ਇੱਥੇ। 10 50 x 10, ਆ ਵੈਲਿਊ ਕਿੰਨੀ 5 ਚੋਂ 1 ਘਟਾਇਆ 4 ਬਣ ਗਿਆ, ਇਹ ਟੋਟਲ ਆ ਗਿਆ 64। ਰੂਲ ਨੰਬਰ 6, ਇਫ ਅ ਬਾਰ ਇਜ਼ ਪਲੇਸਡ ਓਵਰ ਅ ਨਿਊਮਰਲ। ਜੇ ਬਾਰ ਪੈ ਤਾਂ ਉਹਨੂੰ ਕਿੰਨਾ ਗੁਣਾ ਕਰ ਜਾਂਦੇ 1000 ਨਾਲ। ਜਿੱਦਾਂ V ਦੀ ਵੈਲਿਊ 5 ਆ ਤੇ V ਦੇ ਉੱਪਰ ਬਾਰ ਪਈ ਹੋਈ ਹੈ ਤੇ ਇਹਨੂੰ ਕਿੰਨਾ ਗੁਣਾ ਹੋ ਗਿਆ 1000 ਗੁਣਾ 5 5000। ਇੱਦਾਂ X ਦੀ ਵੈਲਿਊ 10 ਉੱਤੇ ਬਾਰ ਪਾ ਦਿਓ ਤੇ ਇਹਦੀ ਵੈਲਿਊ ਬਣ ਜਾਣੀ ਆ 10 ਗੁਣਾ 1000 ਕਿੰਨੀ ਬਣ ਜਾਣੀ ਆ 10000। ਲਓ ਆ ਕੁਛ ਵੈਲਿਊਜ਼ ਉਹਨੇ ਕੈਲਕੂਲੇਟ ਕਰਕੇ ਦੱਸੀਆਂ, ਥੋੜਾ ਇਹਦੇ ਤੇ ਵੀ ਟਾਈਮ ਲਗਾ ਲਈਏ। I1 ਦੀ ਵੈਲਿਊ ਇੱਦਾਂ ਇਕਾਈ ਸਿੰਬਲ ਨਾਲ, ਇਹ ਰੋਮਨ ਦੇ ਸਿੰਬਲ ਆ, ਸਾਰੇ ਰੋਮਨ ਦੇ ਸਿੰਬਲ ਇੱਧਰ ਲਿਖੇ ਜਿਹੜੇ ਆ 2 3 4 ਇੱਦਾਂ ਲਿਖਦੇ 5 ਦੇ ਅੱਗੇ ਇੱਕ ਵਾਰੀ ਕਹਿੰਦਾ I cannot be repeated more than 3 times। I ਦੀ ਵੈਲਿਊ 3 ਤੋਂ ਵੱਧ ਨਹੀਂ ਰਿਪੀਟ, ਤੁਸੀਂ ਕਹੋ ਵੀ 4 ਇੱਦਾਂ ਲਿਖ ਦਈਏ 1 2 3 4, ਇਹ ਗਲਤ ਹੈ। ਇਹ ਕਿੰਨੀ ਵਾਰੀ ਮੈਕਸਿਮਮ ਰਿਪੀਟ ਹੁੰਦੀ ਹੈ 3 ਵਾਰੀ। ਇੱਦਾਂ 5 6 7 8 ਅੱਗੇ 9। ਹੁਣ 9 ਵੀ ਕਹਿੰਦਾ I cannot be repeated more than 3 times। ਜਿਹੜੀ I ਵੈਲਿਊ ਰੋਮਨ ਵਾਲੀ ਹੈ, ਇਹ ਵੀ 3 ਤੋਂ ਜ਼ਿਆਦਾ ਨਹੀਂ ਰਿਪੀਟ ਹੋ। ਤੁਸੀਂ ਕਹੋ ਵੀ ਇੱਦਾਂ ਵੀ ਪਾ ਕੇ 4 ਇਸ ਤਰ੍ਹਾਂ ਇਹਦੇ I ਦੇ ਨਿਸ਼ਾਨ ਪਾ ਕੇ ਤੇ ਵੈਲਿਊ ਲਿਖ ਦਈਏ, ਵੀ 5 4 9 ਹੀ ਬਣਦਾ ਨਾ, ਲੇਕਿਨ ਇੱਦਾਂ ਨਹੀਂ ਲਿਖਣਾ ਕਿਉਂਕਿ ਇਹ ਵੈਲਿਊ 3 ਵਾਰੀ ਰਿਪੀਟ ਹੋਣੀ ਆ। ਬਸ 8 ਤੱਕ ਤਾਂ ਚੱਲ ਜੂਗਾ, 9 ਫਿਰ ਇੱਦਾਂ ਹੀ ਲਿਖਣਾ ਪੈਣਾ। 10 X ਦੀ ਵੈਲਿਊ 1 ਪਿੱਛੋਂ ਤੁਹਾਨੂੰ ਘਟਾਉਣੀ ਪਏਗੀ। ਇੱਦਾਂ ਹੀ 40 ਹੈ, 20 30 40 40 ਦੇਖੋ ਜਰਾ ਧਿਆਨ ਨਾਲ, LX ਇਹਨੂੰ 4X ਬਣਾ ਕੇ ਨਹੀਂ ਦੇਖ ਸਕਦੇ, ਇੱਦਾਂ ਤੇ 40 ਬਣ ਜਾਣਾ ਨਾ, ਕਿਉਂਕਿ 3 ਤੱਕ ਹੀ ਰਿਪੀਟ ਹੋਣੀ ਆ ਗਲਤ ਹੈ, 4X ਨਹੀਂ ਪਾ ਸਕਦੇ। ਲੋ 45 ਅੱਗੇ 49 ਹੈ, ਅੱਗੇ 50 60 ਇੱਦਾਂ ਤੁਸੀਂ ਸਾਰੇ ਇਹ ਜਿਹੜੀਆਂ ਵੈਲਿਊਜ਼ ਆ 100 ਤੱਕ ਜੇ ਤੁਸੀਂ ਅੱਛੀ ਤਰ੍ਹਾਂ ਕਾਪੀ ਦੇ ਵਿੱਚ ਲਿਖ ਲੈਣੀਆਂ, ਫਿਰ ਤੁਹਾਨੂੰ ਸਾਰੀਆਂ ਵੈਲਿਊ ਯਾਦ ਹੋ ਜਾਣੀਆਂ। ਇੱਕ ਐਗਜ਼ਾਮਪਲ ਨਾਲ 27 ਕਰ ਲਓ, ਫਿਰ ਹੋਰ ਸਮਝ ਲੱਗ ਜਾਏਗੀ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਮੀਨਿੰਗਲੈਸ। ਹੁਣ ਆ ਮੀਨਿੰਗਲੈਸ ਆ ਕਿਉਂਕਿ ਇਹਦੇ 'ਚ 4X ਆ ਗਏ, ਵੱਧ ਤੋਂ ਵੱਧ ਕਿੰਨੇ X ਆ ਸਕਦੇ ਨੇ 3X ਹੈ, ਇਹਦਾ ਮਤਲਬ ਇਹ ਗਲਤ ਹੈਗੀ ਹੈ। ਆ ਲਿਖਿਆ ਇੱਥੇ ਲਿਖਿਆ ਮੀਨਿੰਗਲੈਸ, ਆ ਦੇਖੋ ਅੱਗੇ ਆ ਵੈਲਿਊ LXX ਇਹ ਠੀਕ ਹੈ, 69 ਬਣ ਗਿਆ। 50 10 60 ਤੇ 9 69 69। ਹੁਣ ਇਹਨੇ ਕੀ ਕੀਤਾ, L ਦੇ ਪਿੱਛੇ V ਲਾਤਾ, ਇਹ ਗਲਤ ਹੈ। ਦੱਸਿਆ ਨਾ L ਦੇ ਪਿੱਛੇ V ਨਹੀਂ ਆ ਸਕਦੀ। ਲਓ ਅੱਗੇ ਐਗਜ਼ਾਮਪਲ ਆ ਦੇਖੋ L V 1 ਜਿਹੜੀ ਵਿੱਚ ਵਾਲੀ ਵੈਲਿਊ ਹਮੇਸ਼ਾ ਸਬਟਰੈਕਟ ਹੁੰਦੀ ਹੈ। ਕਿੰਨਾ ਬਣ ਗਿਆ 50 + 4 54, ਇਹ ਮੀਨਿੰਗਫੁਲ ਹੈ। ਹੁਣ IL I can be subtracted only from V and X only, from not from L। ਇਹ ਆਪਾਂ ਪਿੱਛੇ ਰੂਲ ਪੜਿਆ, ਇਸ ਕਰਕੇ ਵੀ ਕੀ ਵੈਲਿਊ ਮੀਨਿੰਗਲੈਸ ਬਣ ਗਈ। ਇੱਦਾਂ ਸਾਰੇ ਕੁਐਸਚਨ ਕਰ ਲਓ, ਜਰਾ ਚੰਗੀ ਤਰ੍ਹਾਂ ਦੇਖ ਲਓ, ਜੇ ਇਹਨਾਂ ਦੀ ਤੁਹਾਡੀ ਪ੍ਰੈਕਟਿਸ ਹੋ ਜਾਏਗੀ। ਇਹ ਲਿਖ ਲਓ ਕਾਪੀ ਦੇ ਵਿੱਚ।
ਇਹ ਸਾਰਿਆਂ ਨੂੰ ਲਿਖ ਲਓ, ਫਿਰ ਆ ਵੀ ਲਿਖ ਲਓ। ਇੱਥੇ ਤੁਸੀਂ ਕੈਮਰੇ ਨੂੰ ਥੋੜਾ ਰੋਕ ਕੇ ਵੈਲਿਊਜ਼ ਲਿਖ ਸਕਦੇ ਹੋ। ਐਕਸਰਸਾਈਜ਼ 1.5 ਅੱਛੀ ਤਰ੍ਹਾਂ ਤੁਸੀਂ ਕਰ ਲੋਗੇ ਤੇ ਤੁਹਾਡੀ ਪੂਰੀ ਅੱਛੀ ਤਰ੍ਹਾਂ ਪ੍ਰੈਕਟਿਸ ਹੋ ਜਾਏਗੀ।